ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। 29 ਸ਼ਬਦ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ ਟੋਡੀ ਮਹੱਲੇ ਪੰਜਵੇਂ ਦੀ। ਉਸ ਤੋਂ ਅੱਗੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਇੱਕ ਸ਼ਬਦ ਹੋਰ ਹੈ ਮਹੱਲੇ ਪੰਜਵੇਂ ਦਾ, ਟੋਡੀ ਮਹੱਲਾ ਪੰਜਵਾਂ, ਟੋਡੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ। ਹਰ ਹਰ ਚਰਨ ਹਿਰਦਾ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਆਪਣੇ ਸੁਆਮੀ ਪਰਮੇਸ਼ਰ ਨੂੰ, ਸਤਿਗੁਰ ਨੂੰ ਸਿਮਰ ਕੇ ਮੇਰੇ ਜਿਹੜੇ ਕਾਰਜ ਨੇ ਸਾਰੇ ਹੀ ਸਫਲ ਹੋ ਗਏ। ਪਰ ਸਿਮਰਿਆ ਕਿਵੇਂ? ਹਰ ਹਰ ਚਰਨ ਹਿਰਦਾ ਉਰ ਧਾਰੇ। ਹਰੀ ਦੇ ਚਰਨ, ਹਰੀ ਦੇ ਚਰਨ ਕੀ ਹੈ? ਗੁਰ ਦਾ ਜੋ ਗਿਆਨ ਹੈ, ਜੁਗਤ ਹੈ, ਜੋ ਬਚਨ ਹੈ, ਉਸ ਨੂੰ ਹਿਰਦੇ ਦੇ ਵਿੱਚ ਵਸਾ ਕੇ ਤੇ ਪ੍ਰਭੂ ਨੂੰ ਸਿਮਰ ਕੇ, ਉਸ ਆਪਣੇ ਸਤਿਗੁਰ ਸੁਆਮੀ ਨੂੰ ਸਿਮਰ ਕੇ ਮੇਰੇ ਸਾਰੇ ਕਾਰਜ ਸਫਲ ਹੋ ਗਏ। ਇਹ ਰੋ ਪੰਕਤੀਆਂ ਨੇ ਸ਼ਬਦ ਦੀਆਂ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਜੋ ਪੁੰਨ ਦਾਨ ਹੈ, ਪੂਜਾ ਹੈ ਪਰਮੇਸ਼ਰ ਦੀ, ਉਹ ਕੀ ਹੈ? ਸਾਰੀ ਹੀ ਕਿ ਹਰੀ ਦੀ ਕੀਰਤ, ਤਤ ਦੀ ਵਿਚਾਰ, ਗੁਰ ਤਤ, ਗਿਆਨ ਤਤ ਜਿਹੜਾ ਹੈ ਉਸ ਦੀ ਵਿਚਾਰ ਹੀ ਇਹ ਪੁੰਨ ਦਾਨ ਪੂਜਾ ਹੈ ਪਰਮੇਸ਼ਰ ਦੀ, ਜਿਸ ਨੂੰ ਆਪਾਂ ਪੜ੍ਹਦੇ ਵੀ ਹਾਂ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਹਰ ਕਾ ਨਾਮ ਧਿਆਏ ਸੁਨ ਸਭਨਾ ਨੂੰ ਕਰ ਦਾਨ। ਉਸ ਪ੍ਰਭੂ ਦੀ ਤਤ ਦੀ ਵਿਚਾਰ, ਹਰੀ ਦੀ ਕੀਰਤੀ ਹੀ ਸਾਡੇ ਮੇਰੇ ਵਾਸਤੇ ਹੁਣ ਪੁੰਨ ਦਾਨ ਪੂਜਾ ਪਰਮੇਸ਼ਰ ਹੈ। ਗੁਣ ਗਾਵਤ ਅਤੁਲ ਸੁਖ ਪਾਇਆ, ਠਾकुर ਆਗਮ ਅਪਾਰੇ। ਕਿ ऐसा प्रभु, ऐसा ठाकुर जो अगम है, अपार है, ऐसे ठाकुर परमेश्वर दे गुण गा के ਉਹ ਸੁਖ ਪ੍ਰਾਪਤ ਹੋਇਆ ਜਿਸ ਨੂੰ ਤੋਲਿਆ ਨਹੀਂ ਜਾ ਸਕਦਾ, ਜਿਸ ਨੂੰ ਮਿਣਿਆ ਨਹੀਂ ਜਾ ਸਕਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਅਤੁਲ ਹੈ ਉਹ ਸੁਖ ਮੈਨੂੰ ਪ੍ਰਾਪਤ ਹੋਇਆ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਾਹਰ ਕਛ ਨਾ ਵਿਚਾਰੇ। ਪਾਰ ਬ੍ਰਹਮ ਪਰਮੇਸ਼ਰ ਜਿਨ੍ਹਾਂ ਜਨਾਂ ਨੂੰ ਆਪਣੇ ਬਣਾ ਲੈਂਦਾ ਹੈ, ਆਪਣੇ ਕਰ ਲੈਂਦਾ ਹੈ, ਫਿਰ ਉਹਨਾਂ ਦਾ ਵਿਚਾਰਦਾ ਨਹੀਂ ਹੈ। ਕਿਉਂ ਨਹੀਂ ਵਿਚਾਰਦਾ? ਕਿਉਂਕਿ ਉਹਨਾਂ ਨੂੰ ਰਖਵਾਲਾ ਆਪ ਹੋ ਜਾਂਦਾ ਹੈ, ਉਹਨਾਂ ਨੂੰ ਚਲਾਉਣ ਵਾਲਾ ਆਪ ਹੋ ਜਾਂਦਾ ਹੈ, ਉਹਨਾਂ ਦੇ ਹਿਰਦੇ 'ਚ ਆਪ ਵਸ ਜਾਂਦਾ ਹੈ, ਫਿਰ ਉਹਨਾਂ ਨੂੰ ਆਪ ਚਲਾਉਂਦਾ ਹੈ। ਫਿਰ ਜੀਵ ਆਪਣੇ ਚੱਲਦੇ, ਜਿਵੇਂ ਪਰਮੇਸ਼ਰ ਚਲਾਉਂਦਾ ਹੈ ਉਵੇਂ ਚੱਲਦੇ ਹਨ। ਇਸ ਕਰਕੇ ਜਿਵੇਂ ਵੀ ਬੋਲਦੇ ਨੇ ਉਵੇਂ ਪ੍ਰਭੂ ਨੂੰ ਪਾਉਂਦੇ ਨੇ, ਕਿਉਂਕਿ ਆਪ ਬੁਲਾਉਂਦਾ ਹੈ। ਜਿਉਂ ਬੁਲਾਏ ਤਿਉਂ ਬੋਲੀ ਹੈ, ਜਾਂ ਆਪ ਬੁਲਾਏ ਸੋਏ। ਜਦ ਆਪ ਬੁਲਾਉਂਦਾ ਹੈ ਫਿਰ ਜੀਵ ਜਿਵੇਂ ਬੁਲਾਉਂਦਾ ਉਵੇਂ ਬੋਲਦੇ ਨੇ। ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਕਹਿੰਦੇ ਨਾਮ ਰਤਨ ਨੂੰ ਸੁਣ ਸੁਣ ਕੇ ਹੀ ਮੇਰਾ ਜੀਵਨ ਹੈ, ਕਿਉਂਕਿ ਆਪ ਹਰੀ ਪਰਮੇਸ਼ਰ ਕਾ ਰਸਨਾ ਤੇ ਵਸ ਕੇ ਆਪ ਇਹ ਨਾਮ ਰਤਨ ਦਾ ਗਿਆਨ ਬਖਸ਼ਿਸ਼ ਕਰਦਾ ਹੈ। ਆਪ ਹਿਰਦੇ 'ਚ ਪ੍ਰਗਟ ਹੋ ਕੇ ਇਹ ਕਰਦਾ ਹੈ, ਆਪ ਬੁਲਾਉਂਦਾ ਹੈ।
ਇਸ ਕਰਕੇ ਫਿਰ ਉਸ ਪ੍ਰਭੂ ਦੇ ਨਾਮ ਨੂੰ ਜਪ ਜਪ ਕੇ, ਸੁਣ ਕੇ, ਜਪ ਜਪ ਕੇ ਮੇਰਾ ਜੀਵਨ ਬਣ ਜਾਂਦਾ ਹੈ ਕਿ ਏਦਾਂ ਮੇਰਾ ਜੀਵਨ ਹੈ। ਹਰੀ ਨੂੰ ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਹਰੇ। ਕਿਉਂਕਿ ਹਰੀ ਪਰਮੇਸ਼ਰ ਆਪ ਉਹਨਾਂ ਦੇ ਰਸਨਾ ਤੋਂ, ਆਪ ਕੰਠ ਤੋਂ ਆਪ ਬੋਲਦਾ ਹੈ। ਇੱਥੇ ਤੱਕ ਮਹੱਲੇ ਪੰਜਵੇਂ ਦੀ ਜਿਹੜੇ ਬਾਣੀ ਸੀ ਟੋਡੀ ਰਾਗ ਦੇ ਵਿੱਚ, ਉਹ ਸਮਾਪਤ ਹੁੰਦੀ ਹੈ। ਉਸ ਤੋਂ ਅੱਗੇ ਟੋਡੀ ਮਹੱਲਾ ਨੌਵਾਂ। ਟੋਡੀ ਰਾਗ ਦੇ ਵਿੱਚ ਮਹੱਲੇ ਨੌਵੇਂ ਦਾ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇੱਕ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੁੰਦਾ ਹੈ, ਮਿਲਾਪ ਹੁੰਦਾ ਹੈ। ਕਹੋ ਕਹਾਂ ਆਪਣੀ ਅਦਮਾਈ, ਉਰਜਿਓ ਕਨਕ ਕਾਮਨੀ ਕੈ ਰਸ, ਨਹਿ ਕੀਰਤ ਪ੍ਰਭ ਗਾਈ। ਕਿ ਮੈਂ ਜਿਹੜੀ ਆਪਣੇ ਜੀਵਨ ਦਾ ਜੋ ਮੈਂ ਕਮਾਉਂਦਾ ਹਾਂ, ਕਰਦਾ ਹਾਂ, ਜਿਹੜੀ ਮੇਰੀ ਔਦ ਬੀਤਦੀ ਹੈ, ਉਸ ਨੂੰ ਮੈਂ ਕਿਵੇਂ ਦੱਸਾਂ? ਕਿਉਂਕਿ ਮੈਂ ਤਾਂ ਕਨਕ ਕਾਮਨੀ ਦੇ ਰਸ ਦੇ ਵਿੱਚ, ਧਨ ਦੌਲਤ, ਔਰਤ, ਇਹਨਾਂ ਰਸਾਂ ਦੇ ਵਿੱਚ ਹੀ ਉਰਜਿਆ ਹੋਇਆ ਹਾਂ। ਉਰਜਿਓ ਕਨਕ ਕਾਮਨੀ ਕੇ ਰਸ, ਨਹਿ ਕੀਰਤ ਪ੍ਰਭ ਗਾਈ। ਪ੍ਰਭੂ ਦੀ ਮੈਂ ਕੀਰਤੀ ਨਹੀਂ ਕੀਤੀ, ਉਸ ਦੀ ਸਿਫਤ ਸਲਾਹੀ ਨਹੀਂ ਕੀਤੀ। ਇਸ ਕਰਕੇ ਜਿਹੜਾ ਮੇਰਾ ਜੀਵਨ ਹੈ ਉਹ ਨੀਚ ਹੈ। ਮੈਂ ਉਹਦੇ ਬਾਰੇ, ਆਪਣੇ ਬਾਰੇ ਕਿਆ ਕਮਾਂ, ਕਿਆ ਮੈਂ ਦੱਸਾਂ? ਮੈਂ ਇੰਨਾ ਨੀਚ ਹਾਂ ਕਿ ਮੈਂ ਤਾਂ ਇਹਨਾਂ ਰਸਾਂ ਦੇ ਵਿੱਚ ਹੀ ਉਰਜਿਆ ਰਿਹਾ, ਕਦੇ ਵੀ ਉਸ ਪ੍ਰਭੂ ਦੀ ਕੀਰਤ ਨਹੀਂ ਗਾਈ। ਇਹ ਰਹੋ ਪੰਕਤੀਆਂ ਨੇ। ਕੌਣ ਕਹਿ ਰਿਹਾ? ਕੋਈ ਸਤਸੰਗਤ 'ਚ ਆਇਆ ਜੀਵ ਸਤਿਗੁਰਾਂ ਨੂੰ ਕਹਿ ਰਿਹਾ ਹੈ। ਹੋਰ ਕੀ ਦੱਸਦਾ ਆਪਣਾ? ਕਹਿੰਦੇ ਜਗ ਝੂਠੇ ਕੋ ਸਾਚ ਜਾਣ ਕੇ, ਤਾਂ ਸੋ ਰੁਚ ਉਪਜਾਈ। ਕਿ ਜਿਹੜਾ ਇਹ ਸੰਸਾਰ ਹੈ ਤਾਂ ਝੂਠਾ, ਪਰ ਮੈਂ ਇਸ ਨੂੰ ਸੱਚ ਸਮਝ ਕੇ ਇਹਦੇ ਨਾਲ ਹੀ ਆਪਣੀ ਰੁਚ ਪੈਦਾ ਕਰ ਲਈ। ਮੇਰੀ ਰੁਚੀ ਇਸੇ ਦੇ ਵਿੱਚ ਲੱਗ ਗਈ, ਕਿਉਂਕਿ ਮੈਂ ਇਸ ਨੂੰ ਸੱਚ ਸਮਝ ਬੈਠਿਆ, ਜਦ ਕਿ ਇਹ ਸੰਸਾਰ ਝੂਠਾ ਹੈ। ਦੀਨ ਬੰਦ ਸਿਮਰਿਓ ਨਹੀਂ ਕਬਹੂ, ਹੋਤ ਜੋ ਸੰਗ ਸਹਾਈ। ਉਹ ਦੀਨ ਬੰਧੂ, ਦੀਨਾਂ ਦੀ ਰਾਖੀ ਕਰਨ ਵਾਲਾ ਪਰਮੇਸ਼ਰ, ਉਸ ਨੂੰ ਮੈਂ ਕਦੇ ਵੀ ਨਹੀਂ ਸਿਮਰਿਆ, ਜੋ ਕਿ ਸਾਡਾ ਸਦਾ ਹੀ ਸੰਗੀ ਹੋ ਜਾਂਦਾ ਹੈ, ਜਿਹੜਾ ਸਾਡੀ ਹਰ ਥਾਂ ਸਹਾਇਤਾ ਕਰਦਾ ਹੈ। ਉਸ ਨੂੰ ਕਦੇ ਵੀ ਮੈਂ ਸਿਮਰਿਆ ਨਹੀਂ। ਮਗਨ ਰਹੋ ਮਾਇਆ ਮੈਂ ਨਿਸ ਦਿਨ, ਛੁੱਟੀ ਨਾ ਮਨ ਕੀ ਕਾਈ। ਕਹਿੰਦੇ ਮਗਨ ਰਿਹਾ ਮੈਂ ਕਾਹਦੇ 'ਚ? ਮਾਇਆ 'ਚ। ਨਿਸ ਦਿਨ, ਦਿਨ ਰਾਤ ਹੀ ਮੈਂ ਮਾਇਆ 'ਚ ਹੀ ਮੇਰਾ ਮਨ ਮਗਨ ਰਿਹਾ। ਇਸ ਕਰਕੇ ਜਿਹੜੀ ਮੇਰੇ ਮਨ ਦੀ ਜਿਹੜੀ ਕਾਈ, ਤਨ ਮਨ ਕੀ ਕਾਈ, ਛੁੱਟੀ ਨਾ ਮਨ ਕੀ ਕਾਈ। ਜੋ ਮੇਰੇ ਮਨ ਨੂੰ ਮੈਲ ਲੱਗੀ ਹੈ ਹਉਮੈ ਦੀ, ਉਹ ਮੇਰੀ ਖਤਮ ਨਹੀਂ ਹੋਈ, ਕਿਉਂਕਿ ਮੈਂ ਸਿਮਰਨ ਨਹੀਂ ਕੀਤਾ, ਗਿਆਨ ਨਹੀਂ ਲਿਆ। ਇਸ ਕਰਕੇ ਮੈਨੂੰ ਆਪਣੇ ਆਪ ਦਾ, ਆਪਣੇ ਰੂਪ ਦਾ ਗਿਆਨ ਹੀ ਨਹੀਂ ਹੋਇਆ, ਕਿਉਂਕਿ ਇਹ ਹਉਮੈ ਦੀ ਮੈਲ ਉਤਰਨੀ ਸੀ, ਫਿਰ ਮਨ ਨੇ ਪ੍ਰਕਾਸ਼ ਹੋਣਾ ਸੀ। ਲੇਕਿਨ ਇਹ ਮੈਂ ਕੀਤਾ ਨਹੀਂ, ਕਿਉਂਕਿ ਮੈਂ ਤਾਂ ਮਾਇਆ 'ਚ ਹੀ ਮਗਨ ਰਿਹਾ। ਕਹਿ ਨਾਨਕ ਅਬ ਨਾਹੀਂ ਅਨਤਗਤ, ਬਿਨ ਹਰਿ ਕੀ ਸਰਨਾਈ। ਫਿਰ ਕਹਿੰਦੇ ਅਸੀਂ ਹੁਣ ਹੇ ਪ੍ਰਭੂ, ਹੇ ਸਤਿਗੁਰੂ, ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ। ਹੁਣ ਮੈਨੂੰ ਸੋਝੀ ਆਈ ਹੈ ਕਿ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਗਿਆ ਤੋਂ ਬਿਨਾਂ ਸਾਡੀ ਗਤ ਨਹੀਂ ਹੋਣੀ। ਐਸੇ ਜੀਵ ਵੀ, ਫਿਰ ਐਸੇ ਜੀਵ ਵੀ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕੇ ਮੁਕਤ ਹੋਏ। ਕਿਉਂ ਹੋਏ? ਕਿਉਂਕਿ ਉਹਨਾਂ ਨੇ ਕੁਛ ਛੁਪਾਇਆ ਨਹੀਂ, ਆਪਣੇ ਜਿਹੜਾ ਜੀਵਨ ਸੀ ਉਹ ਬਿਆਨ ਕਰ ਦਿੱਤਾ।
ਤੇ ਜਿਹੜਾ ਐਸੀ ਅਵਸਥਾ 'ਚ ਵੀ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਇਆ ਤੇ ਸਤਿਗੁਰ ਉਹਨਾਂ ਜੀਵਾਂ ਨੂੰ ਵੀ ਗਿਆਨ ਦੇ ਕੇ ਮੁਕਤ ਕਰ ਦਿੰਦੇ ਸੀ, ਕਿਉਂਕਿ ਉਹ ਬੰਦੀ ਛੋੜ ਸੀ। ਇਹਦਾ ਆ ਕੇ ਸਾਨੂੰ ਸਮਝਾਇਆ ਹੈ ਕਿ ਜੀਵ ਨੇ ਲੁਕਾਉਣਾ ਨਹੀਂ ਕੁਛ ਵੀ ਪਰਮੇਸ਼ਰ ਤੋਂ, ਕਿਉਂਕਿ ਪਰਮੇਸ਼ਰ ਤੋਂ ਕੁਛ ਨਹੀਂ ਲੁਕਦਾ। ਜੇ ਲੁਕਾਵਾਂਗੇ, ਲੁਕਾਉਣਾ ਕਿਸ ਤੋਂ? ਅਸੀਂ ਲੋਕਾਂ ਤੋਂ। ਇਸ ਕਰਕੇ ਜਿਹੜੇ ਜੀਵ ਆਪਣੇ ਆਪ ਨੂੰ, ਆਪਣੇ ਦੁਸ਼ਕਰਮਾਂ ਨੂੰ ਨਹੀਂ ਲੁਕਾਉਂਦੇ, ਆਪਣੀਆਂ ਗਲਤੀਆਂ ਨੂੰ ਮੰਨਦੇ ਨੇ, ਉਹਨਾਂ ਨੂੰ ਪ੍ਰਭੂ ਵੀ ਬਖਸ਼ ਦਿੰਦਾ ਹੈ। ਇੱਕ ਹੀ ਸ਼ਬਦ ਸੀ ਨੌਵੇਂ ਪਾਤਸ਼ਾਹ ਦਾ, ਨੌਵੇਂ ਮਹੱਲੇ ਦਾ। ਆਓ ਅੱਗੇ ਟੋਡੀ ਬਾਣੀ ਭਗਤਾਂ ਕੀ। ਅੱਗੇ ਟੋਡੀ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਦੀ ਕਿਰਪਾ ਸਦਕਾ ਇੱਕ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ, ਸੋਝੀ ਆਉਂਦੀ ਹੈ। ਸ਼ਬਦ ਹੈ, ਰੋਹ ਪੰਕਤੀਆਂ ਨੇ ਸ਼ਬਦ ਦੀਆਂ। ਕਾਹੇ ਰੇ ਬਕਵਾਦ ਲਾਇਓ। ਕਹਿੰਦੇ ਕਿਉਂ? ਕਾਹੇ ਰੇ, ਕਿਉਂ ਤੂੰ ਬਕਵਾਦ ਕੀਤਾ ਹੈ, ਬਕਵਾਦ ਕਰ ਰਿਹਾ ਹੈ। ਬਕਵਾਦ ਹੁੰਦਾ ਕਿ ਤੂੰ ਝੂਠ ਬੋਲ ਰਿਹਾ ਹੈ, ਵਿਖਾਵਾ ਕਰ ਰਿਹਾ ਹੈ। ਜਿਨ ਹਰ ਪਾਇਓ ਤਿਨੈ ਛੁਪਾਇਓ। ਵੀ ਜਿਹਨੇ ਹਰੀ ਪਰਮੇਸ਼ਰ ਨੂੰ ਪਾਇਆ ਉਸਨੇ ਛੁਪਾ ਲਿਆ। ਉਹ ਤਾਂ ਦੱਸਦਾ ਹੀ ਨਹੀਂ ਜਿਹਨੇ ਪਾ ਲਿਆ। ਪਰ ਤੂੰ ਕਿਉਂ ਬਕਵਾਦ ਲਾਇਆ ਹੈ? ਕਿਸ ਨੂੰ ਕਹਿ ਰਿਹਾ ਹੈ? ਕੌਣ ਕਹਿ ਰਿਹਾ ਹੈ? ਇਸ ਨੂੰ ਕਹਿ ਰਿਹਾ ਹੈ, ਜਦੋਂ ਆਪਾਂ ਪੜਾਂਗੇ, ਕਿਉਂਕਿ ਉਸ ਸਮੇਂ ਕੋਈ ਪੰਡਤ ਸੀ। ਪੰਡਤ ਵੀ ਕਥਾ ਕਹਾਣੀਆਂ ਕਰਦਾ ਸੀ ਤੇ ਪੰਡਤਾਂ ਦੇ ਨਾਲ ਭਗਤਾਂ ਦੀ ਬਹੁਤੀ ਬਣਦੀ ਨਹੀਂ ਸੀ, ਕਿਉਂਕਿ ਪੰਡਤ ਪਖੰਡ ਕਰਦੇ ਸੀ, ਭਗਤ ਭਗਤੀ ਕਰਦੇ ਸੀ। ਤੇ ਪੰਡਤ ਜਿਹੜੇ ਨੇ ਸਿਰਫ ਵੇਦਾਂ ਦਾ ਵਿਖਿਆਨ ਕਰਦੇ ਸੀ, ਜਿਵੇਂ ਅੱਜ ਕਰਦਾ ਹੈ ਸੰਸਾਰ। ਲੇਕਿਨ ਭਗਤ ਭਗਤੀ ਕਰਕੇ ਪ੍ਰਭੂ ਨੂੰ ਪਾ ਲਿਆ ਸੀ। ਉਹ ਲੋਕਾਂ ਨੂੰ ਦੱਸਦੇ ਸੀ ਵੀ ਇਸ ਤਰੀਕੇ ਨਾਲ ਅਸੀਂ ਪਰਮੇਸ਼ਰ ਨੂੰ ਪਾਇਆ ਹੈ, ਤੁਸੀਂ ਵੀ ਪਾ ਸਕਦੇ ਹੋ। ਇਹਦਾ ਜਦੋਂ, ਕਿਉਂਕਿ ਕੋਈ ਵੀ ਜੀਵ ਜਿਸ ਨੇ ਪਾ ਲਿਆ ਉਹ ਚੁੱਪ ਨਹੀਂ ਬੈਠਿਆ। ਜਿਸ ਨੇ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ, ਲੁਕਦਾ ਨਹੀਂ ਹੈ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਛਪਾਈ। ਕਹਿੰਦੇ ਜੇ ਕੋਈ ਛਪਾਉਣਾ ਵੀ ਚਾਹੁੰਦਾ ਫਿਰ ਵੀ ਛਿਪਦਾ ਨਹੀਂ ਹੈ। ਹਰੀ ਦਾ ਭਗਤ ਛਿਪਦਾ ਨਹੀਂ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਦੋਂ ਭਗਤ ਬਾਬਾ ਨਾਮਦੇਵ ਜੀ ਪ੍ਰਗਟ ਹੋ ਗਏ ਸੰਸਾਰ ਦੇ ਵਿੱਚ, ਪਤਾ ਲੱਗ ਗਿਆ ਜੀਵਾਂ ਨੂੰ ਕਿ ਇਸ ਨੇ, ਨਾਮਦੇਵ ਜੀ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਤੇ ਨਾਮਦੇਵ ਜੀ ਨੂੰ ਵੀ ਜਦੋਂ ਪੁੱਛਣਾ, ਉਹਨਾਂ ਵੀ ਦੱਸਿਆ ਵੀ ਹਾਂ ਸਾਡਾ ਤਾਂ ਮਿਲਾਪ ਹੋ ਗਿਆ ਹੈ, ਸਾਨੂੰ ਤਾਂ ਸਾਰੇ ਪਾਸੇ ਪਰਮੇਸ਼ਰ ਹੀ ਦਿਸਦਾ ਹੈ। ਇਸ ਦਾ ਪਰਮੇਸ਼ਰ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਜੀਵਦੇ। ਜਿਵੇਂ ਇੱਕ ਸ਼ਬਦ ਵੀ ਬਾਬਾ ਨਾਮਦੇਵ ਜੀ ਦਾ ਆਉਂਦਾ ਹੈ, ਰਾਂਗਣ ਰਾਂਗੂ ਸੀਵਨ ਸੀਵੂ, ਰਾਮ ਨਾਮ ਬਿਨ ਘਰੀ ਨਾ ਜੀਵੂ। ਉਹ ਗੱਲ ਕਿਸੇ ਨੇ ਜਾ ਕੇ ਪੰਡਤ ਨੂੰ ਕਹੀ। ਕੀ ਕਿਹਾ ਪੰਡਤ ਨੂੰ? ਕਿਸੇ ਜੀਵ ਨੇ ਜਾ ਕੇ ਕਿਹਾ, ਕੀ ਕਹਿੰਦਾ? ਕਹਿੰਦਾ ਕੋਈ ਬੋਲੇ ਨਿਰਭਾ, ਕੋਈ ਬੋਲੇ ਦੂਰ। ਵੀ ਕੋਈ ਕਹਿੰਦਾ ਹੈ ਪਰਮੇਸ਼ਰ ਨੇੜੇ ਹੈ ਤੇ ਕੋਈ ਕਹਿੰਦਾ ਹੈ ਪਰਮੇਸ਼ਰ ਦੂਰ ਹੈ। ਜਲ ਕੀ ਮਛਲੀ ਚਰੈ ਖਜੂਰ। ਪਰ ਕਹਿੰਦੇ ਵੀ ਉਹ ਨਾਮਦੇਵ ਜਿਹੜਾ, ਕਿਉਂਕਿ ਪੰਡਤ ਲੋਕ ਉਹਨਾਂ ਨੂੰ ਕੀ ਸਮਝਦੇ ਸੀ? ਮੂਰਖ ਆਖਦੇ ਕਰਦੇ ਸੀ ਵੀ ਇਹ ਕਮਲੇ ਨੇ, ਮੂਰਖ ਨੇ। ਕਹਿੰਦੇ ਵੀ ਉਹ ਨਾਮਦੇਵ ਨੇ ਤਾਂ ਪਰਮੇਸ਼ਰ ਨੂੰ ਪਾ ਲਿਆ, ਅਨਹੋਣੀ ਹੋਈ। ਜੇ ਮੱਛਲੀ ਜਲ 'ਚ ਰਹਿਣ ਵਾਲੀ ਖਜੂਰ ਤੇ ਚੜ ਜਾਵੇ, ਕਿਉਂਕਿ ਬੇਸ਼ੱਕ ਅੱਜ ਆਪਾਂ ਦੇਖਦੇ ਹਾਂ, ਅੱਜ ਬਹੁਤ ਜੀਵ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ
ਕਿ ਮੱਛਲੀ ਖਜੂਰ ਤੇ ਜਾ ਕੇ ਅੰਡੇ ਦਿੰਦੀ ਹੈ, ਪਰ ਆਮ ਜੀਵ ਵਾਸਤੇ ਬੜੀ ਅਚਰਜ ਦੀ ਗੱਲ ਹੈ। ਇਸ ਨੂੰ ਕਹਿਣ ਤੋਂ ਭਾਵ ਵੀ ਉਹ ਜਿਹੜਾ ਨਾਮਦੇਵ ਤੁਸੀਂ ਨੂੰ ਮੂਰਖ ਕਹਿੰਦੇ ਸੀ, ਉਸਨੇ ਪਰਮੇਸ਼ਰ ਨੂੰ ਪਾਲਿਆ। ਉਹ ਕਹਿ ਰਿਹਾ ਹੈ ਕਿ ਮੈਂ ਪਰਮੇਸ਼ਰ ਨੂੰ ਪਾਲਿਆ। ਤੇ ਫਿਰ ਜਿਹੜਾ ਪੰਡਤ ਸੀ, ਕਿਉਂਕਿ ਪੰਡਤ ਨੂੰ ਇਹਨਾਂ ਗੱਲਾਂ ਤੋਂ ਗੁੱਸਾ ਆਉਂਦਾ ਹੈ, ਕਿਉਂਕਿ ਉਹਨਾਂ ਦਾ ਧੰਦਾ ਖਤਮ ਹੁੰਦਾ ਹੈ ਵੀ ਰੱਬ ਨੂੰ ਪਾਲਿਆ। ਉਹਨਾਂ ਤਾਂ ਪਾਇਆ ਨਹੀਂ ਸੀ, ਐਡੇ ਐਡੇ ਪੰਡਤ ਸੀ, ਗਿਆਨ ਗੱਲਾਂ ਕਰਦੇ ਸੀ। ਤੇ ਗੁੱਸੇ 'ਚ ਆ ਕੇ ਫਿਰ ਉਹ ਨਾਮਦੇਵ ਜੀ ਨੂੰ, ਭਗਤ ਨਾਮਦੇਵ ਜੀ ਨੂੰ ਉਹ ਪੰਡਤ ਕਹਿੰਦਾ ਹੈ ਵੀ ਤੂੰ ਕਿਉਂ ਬਕਵਾਦ ਲਾਇਆ ਹੈ, ਵੀ ਤੂੰ ਕਹਿੰਦਾ ਮੈਂ ਰੱਬ ਨੂੰ ਪਾ ਲਿਆ, ਤੂੰ ਬਕਵਾਦ ਕਿਉਂ ਲਾਇਆ? ਕਿਉਂਕਿ ਜਿਹਨੇ ਰੱਬ ਨੂੰ ਪਾ ਲਿਆ, ਜਿਹਨੇ ਹਰੀ ਨੂੰ ਪਾ ਲਿਆ, ਪਰਮੇਸ਼ਰ ਨੂੰ ਪਾ ਲਿਆ, ਉਹ ਤਾਂ ਛੁਪ ਜਾਂਦਾ, ਉਹ ਤਾਂ ਦੱਸਦਾ ਹੀ ਨਹੀਂ, ਉਹ ਤਾਂ ਛੁਪਾ ਲੈਂਦਾ ਹੈ ਗੱਲ ਨੂੰ। ਤੂੰ ਬਕਵਾਦ ਕਰਦਾ ਹੈ। ਤੇ ਫਿਰ ਭਗਤ ਬਾਬਾ ਨਾਮਦੇਵ ਜੀ ਪੰਡਤ ਨੂੰ ਜਵਾਬ ਦੇ ਰਹੇ ਨੇ ਅਗਲੀਆਂ ਪੰਕਤੀਆਂ ਦੇ ਵਿੱਚ। ਕਹਿੰਦੇ ਪੰਡਤ ਹੋਏ ਕਹਿ ਵੇਦ ਬਖਾਨਾ, ਕਿ ਤੂੰ ਪੰਡਤ ਹੋ ਕੇ ਵੇਦਾਂ ਦਾ ਵਿਖਿਆਨ ਕਰ ਸਕਦਾ ਹੈ, ਵੇਦ ਵਿਖਿਆਨ ਕਰਦਾ ਹੈ ਤੂੰ। ਮੂਰਖ ਨਾਮਦੇਵ ਰਾਮੈ ਜਾਣੈ। ਪਰ ਕਹਿੰਦੇ ਮੈਂ ਮੂਰਖ ਨਾਮਦੇਵ ਨੇ ਰਾਮ ਨੂੰ ਜਾਣ ਲਿਆ, ਪਰਮੇਸ਼ਰ ਨੂੰ ਜਾਣ ਲਿਆ ਹੈ। ਕਿਉਂਕਿ ਤੂੰ ਪੰਡਤ ਹੈ, ਤੂੰ ਵੇਦਾਂ ਦਾ ਵਿਖਿਆਨ ਕਰ ਸਕਦਾ ਹੈ, ਤੂੰ ਰੱਬ ਨੂੰ ਨਹੀਂ ਪਾ ਸਕਦਾ। ਕਿਉਂਕਿ ਪੰਡਤ ਜਿਹੜਾ ਹੈ, ਬ੍ਰਾਹਮਣ ਜਿਹੜਾ ਹੈ, ਜਿਹੜਾ ਦੋ ਤਰ੍ਹਾਂ ਦੇ ਬ੍ਰਾਹਮਣ ਨੇ ਗੁਰਬਾਣੀ ਦੇ ਵਿੱਚ। ਇੱਕ ਉਹ ਬ੍ਰਾਹਮਣ ਨੇ ਜਿਹਨੇ ਬ੍ਰਾਹਮਣ ਨੂੰ ਜਾਣ ਲਿਆ, ਜਿਵੇਂ ਭਗਤ ਰਾਮਾਨੰਦ ਜੀ ਸੀ, ਜਾਂ ਪਤਲੋਚਨ ਜੀ ਜਿਹਨੇ ਬ੍ਰਾਹਮਣ ਨੂੰ ਜਾਣ ਲਿਆ, ਉਹ ਬ੍ਰਾਹਮਣ ਨੇ ਪੰਡਤ ਵੀ ਕਿਹਾ ਹੈ। ਸੋ ਪੰਡਤ ਜੋ ਮਨ ਪ੍ਰਬੋਧਦਾ ਰਾਮ ਨਾਮ ਆਤਮ ਮੈਂ ਸੋਧੈ। ਤੇ ਇੱਕ ਐਸੇ ਬ੍ਰਾਹਮਣ ਸੀ ਜਿਹੜੇ ਸਿਰਫ ਭੇਖੀ ਬ੍ਰਾਹਮਣ ਸੀ, ਜਿਹੜੇ ਇੱਕ ਉਹ ਬ੍ਰਾਹਮਣ ਸੀ ਜਿਹਨੇ ਬ੍ਰਾਹਮਣ ਨੂੰ ਪਾ ਲਿਆ, ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਸੀ। ਇੱਕ ਉਹ ਬ੍ਰਾਹਮਣ ਸੀ ਜਿਹੜੇ ਸਿਰਫ ਬ੍ਰਾਹਮਣ ਕੁਲ ਵਿੱਚ ਪੈਦਾ ਹੋਏ ਸੀ। ਇਸ ਕਰਕੇ ਉਹ ਬ੍ਰਾਹਮਣ ਆਪਣੇ ਆਪ ਨੂੰ ਕਹਾਉਂਦੇ ਸੀ ਜਿਹੜੇ ਬ੍ਰਾਹਮਣ ਕੁਲ 'ਚ ਪੈਦਾ ਹੋ ਗਏ। ਫਰਜ਼ ਕਰੋ ਕਿਸੇ ਦਾ ਪਿਤਾ ਬ੍ਰਾਹਮਣ ਸੀ ਤੇ ਉਸ ਦਾ ਪੁੱਤਰ ਵੀ ਬ੍ਰਾਹਮਣ ਕਹਾਉਣ ਲੱਗ ਗਿਆ, ਕਿਉਂਕਿ ਇਹ ਤਾਂ ਬ੍ਰਹਮ ਦਾ ਗਿਆਨ ਲੈ ਕੇ ਬ੍ਰਾਹਮਣ ਬਣਨਾ ਸੀ। ਜਿਵੇਂ ਸੰਸਾਰ ਦੇ ਵਿੱਚ ਹੈ ਕੋਈ ਡਾਕਟਰ ਹੈ, ਜੇ ਡਾਕਟਰ ਦੇ ਘਰ ਵੀ ਜੇ ਪੁੱਤਰ ਜਨਮ ਲੈਂਦਾ ਹੈ ਤਾਂ ਉਹ ਡਾਕਟਰ ਨਹੀਂ ਜੰਮਦਾ, ਉਸਨੂੰ ਵੀ ਉਵੇਂ ਪੜ੍ਹਾਈ ਕਰਨੀ ਪੈਂਦੀ ਹੈ। ਜੋ ਉਸਨੇ ਡਾਕਟਰ ਬਣਨਾ ਬਣ ਸਕਦਾ ਡਾਕਟਰ, ਪਰ ਉਸਨੂੰ ਉਵੇਂ ਹੀ ਸਕੂਲ ਜਾਣਾ ਪਏਗਾ, ਉਵੇਂ 10 ਕਲਾਸਾਂ ਤੱਕ ਫਿਰ ਉਹ ਸਬਜੈਕਟ ਲੈਣਾ ਪਏਗਾ। +1 +2 ਦੇ ਵਿੱਚ ਮੈਡੀਕਲ ਲੈਣਾ ਪਏਗਾ, ਫਿਰ ਮੈਡੀਕਲ ਲੈਣ ਦੇ ਵਿੱਚ ਚੱਲ ਕੇ ਕਾਲਜ ਜਾਣਾ ਪਏਗਾ, ਕਰਨੀ ਪਏਗੀ MBBS ਵਗੈਰਾ, ਜੋ ਵੀ ਜਿਹੋ ਜਿਹਾ ਕੋਈ ਬਣਨਾ ਚਾਹੁੰਦਾ, ਫਿਰ ਜਾ ਕੇ ਉਸਨੂੰ ਡਾਕਟਰ ਦੀ ਡਿਗਰੀ ਮਿਲਦੀ ਹੈ। ਫਿਰ ਉਸਨੂੰ ਡਾਕਟਰ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹੈ। ਪਰ ਜੇ ਇੱਕ ਡਾਕਟਰ ਦੇ, ਜਿਵੇਂ ਆਪਾਂ ਕਈ ਵਾਰੀ ਦੇਖਦੇ ਹਾਂ ਵੀ ਅਸੀਂ ਡਾਕਟਰ ਦੇ ਬੱਚਿਆਂ ਨੂੰ ਵੀ ਅਸੀਂ ਡਾਕਟਰ ਕਹਿ ਕੇ ਬੁਲਾ ਲੈਂਦੇ ਹਾਂ, ਪਰ ਇਹ ਸਰੀਰ ਨਹੀਂ ਡਾਕਟਰ, ਕਿਉਂਕਿ ਗਿਆਨ ਡਾਕਟਰ ਹੁੰਦਾ। ਏਦਾਂ ਬ੍ਰਹਮ ਹੈ ਜਿਹੜਾ ਬ੍ਰਹਮ ਨੂੰ ਜਾਣ ਵਾਲਾ ਬ੍ਰਾਹਮਣ ਹੁੰਦਾ ਹੈ। ਇਹ ਨਹੀਂ ਕਿ ਬ੍ਰਾਹਮਣ ਦੇ ਘਰ ਕੋਈ ਬੱਚਾ ਪੈਦਾ ਹੋ ਗਿਆ ਉਹ ਵੀ ਬ੍ਰਾਹਮਣ ਹੀ ਹੋਏਗਾ। ਇਸ ਕਰਕੇ ਹੀ ਭਗਤ ਬਾਬਾ ਕਬੀਰ ਜੀ ਦੀ ਕੁਛ ਐਸੇ ਬ੍ਰਾਹਮਣਾਂ ਦੇ ਨਾਲ ਵਿਚਾਰ ਹੋਈ ਜਿਹੜੇ ਕਿ ਬ੍ਰਾਹਮਣ ਨਹੀਂ ਸੀ, ਸਿਰਫ ਬ੍ਰਾਹਮਣ ਦੇ ਘਰ ਪੈਦਾ ਹੋਣ ਕਰਕੇ ਹੀ ਬ੍ਰਾਹਮਣ ਕਹਾਉਂਦੇ ਸੀ, ਜਿਸ ਨੂੰ ਬਾਬਾ ਕਬੀਰ ਜੀ ਨੇ ਕਿਹਾ ਹੈ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ। ਤੂੰ ਹੋਰ ਕਿਸੇ ਮਾਰਗ ਕਿਉਂ ਨਹੀਂ ਆਇਆ, ਜਿਵੇਂ ਜਨਮ ਤੂੰ ਲਿਆ ਉਵੇਂ ਅਸੀਂ ਲਿਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹੈ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਇਸ ਕਰਕੇ ਫਿਰ ਐਸੇ ਲੋਕ ਜਿਹੜੇ ਸਿਰਫ ਗੱਲਾਂ ਦੇ ਪੰਡਤ ਸੀ, ਵੇਦਾਂ ਦਾ ਹੀ ਵਿਖਿਆਨ ਕਰਦੇ ਸੀ, ਪ੍ਰਭੂ ਦੇ ਨਾਲ ਮਿਲਾਪ ਨਹੀਂ ਸੀ ਹੋਇਆ, ਐਸੇ ਫਿਰ ਭਗਤਾਂ ਦੇ ਨਾਲ ਬੜਾ ਵੈਰ ਰੱਖਦੇ ਸੀ ਤੇ ਉਹਨਾਂ ਨੂੰ ਮੂਰਖ ਕਹਿੰਦੇ ਸੀ। ਤੇ ਫਿਰ ਭਗਤ ਬਾਬਾ ਨਾਮਦੇਵ ਜੀ ਨੇ ਉਹਨੂੰ ਕਿਹਾ ਕਿ ਮੈਂ ਮੂਰਖ ਨੇ ਰਾਮ ਨੂੰ ਜਾਣ ਲਿਆ ਹੈ। ਕਿਉਂਕਿ ਇਹ ਸ਼ਬਦ ਦਾ ਜ਼ਿਆਦਾ ਇਸਤੇਮਾਲ ਲੋਕ ਕਰਦੇ ਨੇ ਬਹੁਤ ਸਾਰੇ, ਵੀ ਜੇ ਕੋਈ ਕਹਿੰਦਾ ਮੈਂ ਰੱਬ ਨੂੰ ਪਾ ਲਿਆ, ਉਹ ਬਕਵਾਸ ਕਰਦਾ। ਵੀ ਜਿਹਨੇ ਰੱਬ ਨੂੰ ਪਾਇਆ ਉਹ ਦੱਸਦਾ ਹੀ ਨਹੀਂ।
ਪਰ ਜਿਨ੍ਹਾਂ ਨੇ ਰੱਬ ਨੂੰ ਪਾਇਆ ਉਹਨਾਂ ਨੇ ਕਿੰਨਾ ਖੁਸ਼ ਹੋ ਕੇ ਦੱਸਿਆ ਹੈ। ਭਗਤਾਂ ਦੀ ਬਾਣੀ ਹੈ, ਉਹਦੇ ਵਿੱਚ ਦੱਸਿਆ ਹੈ ਕਿ ਅਸੀਂ ਤਾਂ ਰਾਮ ਦੇ ਨਾਲ ਇੱਕ ਰੂਪ ਹੋ ਚੁੱਕੇ ਹਾਂ, ਸਾਡਾ ਤਾਂ ਕਦੇ ਵਿਛੋੜਾ ਹੀ ਨਹੀਂ ਹੈ। ਇੱਦਾਂ ਅਸੀਂ ਹੋ ਗਏ ਹਾਂ ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ। ਰਾਮ ਕਬੀਰਾ ਏਕ ਪਏ ਕੋਈ ਨਾ ਸਕੇ ਪਛਾਣ। ਪਰ ਹੋਏ ਕਦੋਂ? ਜਦੋਂ ਆਪਾ ਖਤਮ ਹੋਇਆ। जब तक आपा सी वो नहीं सी। बाबा रविदास जी समझा रहे ने, जब हम होते तब तू ना ही, अब तू ही मैं ना ही। जैसे अनल अगम लहर में जल उदद, जैसे अनल अगन उदद जल केवल जल माही। जे पानी च पानी मिल जाता, इदा कहते साडा एक रूप हो गया है। सो इस करके बहुत सारे कह देंगे कि नहीं, जो कहता उन्हें नहीं पाया, जिन्हें पाया चुप कर गया, वो बोलता नहीं। गुरु अमरदास जी नाथ साहब की बाणी च कह रहे ने, मन चौ पया प्रभ आगम सुनिया, हर मंगल गाओ सखी गृह मंदिर बनिया। हर गाओ मंगल ने सखी है, सोग दुख ना व्यापै। गुरचरण लाग गए दिवस पाके अपना पिर जापे। भी असीं तां अपने प्यारे नूं देखते हाँ गुर दे ज्ञान लेके। इस करके जिन्हें पाया उन्हें कदे छुपाया नहीं, कि छुपाउण वाली चीज़ नहीं है। जे छुपाउणा भी चाहे नहीं छुप सकता। अगला शब्द फिर है भगत नामदेव जी का। कौन को कलंक रहो राम नाम लेत ही। तो दस दे के राम का नाम जिहड़ा ऐसा है, ऐसा पवित्र है कि जो जीव राम नाम नू प्राप्त कर लेंदा है, किसी ते कोई कलंक नहीं रहिंदा, क्योंकि नाम सारे कलंकां नू साड़ के सुआ कर देंदा है। राम नाम नू हासिल करन दे नाल साडे मन दी जिन्ने मैल पापां दी कुछ भी खत्म हो जाती है। पतित पवित पाए राम कहते ही। कहंदे ज्यों ही जेड़े राम नाम दी गल करते ने, उन्हां दे कहण दे नाल जीव सुन के पतित तो पावन हो जाता है, पवित्र हो जाता है। राम दी गल कहना क्यों? क्योंकि उत्थे राम आप कहता है। राम कहण दे विच फर्क है। जिवें बाबा कबीर जी समझाउंदे ने, कबीर राम कहन में भेद है, ताम एक विचार, सोई राम सबै कहे सोई कौतक हार। भी वो सारे भी वो कहते ने, लेकिन कौतक हार परमेश्वर भी आप कहता अपने जनां दी रसना तो। किवें? जिवें बाबा कबीर जी सानू समझाउंदे ने, कबीर मेरी सिमरनी रसना उपर राम। रसना उपर राम का मतलब ये मैं राम राम कहां, भी मेरी रसना ते राम बोलदा। आद जुगादी सगल भगत मन ताकै विश्राम। कहंदे किते मेरे कल्ले दे नहीं, जिन्ने भी आद तो जुगां तो भगत पैदा होए ने, सारे दे हिरदे दे विच आप वसिया, उन्हां दी रसना तो आप बोलिया है। इस करके फिर आप बोलता है। राम संग नाम देव जन को प्रतिज्ञा आई। हुण कहंदे राम दा संग होया, नामदेव जी नूं प्रतिज्ञा भरोसा आ गया उसते राम जी ते। राम दा ज्ञान लेके, राम दा ज्ञान किस तो लिया? रामानंद जी तो, क्योंकि रामानंद जी दे शिगिरद सन, उन्हां दे संगत कीती इन्हां ने, भगतां ने, समकाली भगत ने सारे ही। एकादशी व्रत रहे काहे को तीर्थ जाई। एक ज्ञान ले लिया गुरदा। कहंदे हुण एक ही मार्ग ते असीं चलदे हां, असीं कोई तीर्थां ते नहीं जांदे, किते नहीं जांदे, क्योंकि सानू भरोसा प्रतिज्ञा आ गई, परमेश्वर नूं असीं जान लिया। बस साडा हुण एकादशी है, 10वीं तो बाद एकादशी आउंदी। जद 10वें द्वार दा ज्ञान हो जाता, प्रभु दा मिलाप हो जाता है, फिर जीव एक ही कर्म करता है, प्रभु ते भक्ति। मन निर्मल हो जाता है, कलंक खत्म हो जाता है, आपे दी पहचान हो जाती है। कहते हुण असीं होर किते नहीं जाते, किते तीर्थां ते नहीं जाते, किते नहीं, क्योंकि सानू भरोसा परमेश्वर नाल मिलाप हो गया है। ये व्रत है साडा हुण कि असीं होर नहीं किसे नूं जाना, असीं किसे नूं नहीं मनना, किसे नूं पूजना नहीं, सिर्फ असीं परमेश्वर दी ही भगती करनी है।
मैं व्रत रखता है, संसार कुछ खाने का रखता, कोई किसी का रखता है, लेकिन भगतां ने होर सारे मार्ग छड्ड के एक परमेश्वर दे नाल प्रेम किया, उसकी भगती की, बाकी सारे पासों व्रत कर लिया, तीर्थां ते जाना छड्ड दिता, होर कुछ भी कर्म छड्ड दिते, सिर्फ परमेश्वर नूं हिरदे च पा लिया ते उसे दी भगती कीती। भनत नाम देओ सुकृत सुमत पए। कहते हुण तां भगत नामदेव जी कहते कि सानू सुमत आ गई, सानू वो सोझी प्राप्त हो गई, हुण असीं क्यों गलत करिए, असीं तां वो सुकृत करांगे जो सानू सतगुरु ने कहा है। क्योंकि जब सानू सुमत ही प्राप्त हो गई, सानू ज्ञान ही प्राप्त हो गया, हुण असीं वो सुकृत करांगे। सुकृत की जय, सुकृत करनी है। केड़ी सुकृत सी की है जो सानू गुरु ने ज्ञान दे दिता, उसते चलना ही सुकृत है। गुरमत राम कह को ना बैकुंठ गए। कहते गुरमत गुर दी मत लैके, क्योंकि गुर दी मत कौन देंदा है? अपने भगतां दी रसना ते आप परमेश्वर बैठ के देंदा है। कहते जदों राम कहता है गुर दी मत देंदा है, फिर किहड़ा नहीं बैकुंठ गया? जिन्हां ने भी गुर दी मत लै लई ते वो बाकी पासियों व्रत रख लिया, सिर्फ गुर तो बिना होर नहीं कुछ जानिया। कहते ऐसा किहड़ा जिहड़ा बैकुंठ नहीं गया? क्योंकि गुर दे ज्ञान नूं सुन के मनण दे नाल साडा वासा कित्थे हो जांदा है? दरगाह दे विच। दरगाह ही बैकुंठ है। इस करके सानू समझाया है कि इदां परमेश्वर नूं पाया दरगाह दे वासी बने। कोई भी लैके गुर दी मत लैके जे पूरा भरोसा करता है, होर पासों व्रत रख लैंदा है, एक गुर दे ज्ञान नूं कमाउंदा है, उसनूं फिर बैकुंठ प्राप्त हो जाता, दरगाह प्राप्त हो जाती, मुख उजल हो जाता है। अगला फिर शब्द है भगत नामदेव जी का। थोड़े पुराने लफ्ज वरते ने जिहदा आपां नूं भी बहुता ज्ञान नहीं है, इस करके अपन ऐसे शब्द जो अर्थ कीते ने उसे तो थोड़ा आप सहारा लेवांगे, क्योंकि बहुत पुराने शब्द वरते गए ने। तीन छंदे खेल आशा, रहो पंक्तियां ने। तीन तीन नूं कह लेंदे हाँ, भी त्रै गुणां दा रचिया संसार है जो इत्थे अर्थ कीते ने। ये परमेश्वर दा जिहड़ा तमाशा है, त्रिगुणी सुभाव दा तमाशा जिसनूं कहा है। ये खेल परमेश्वर दा है, इहदे विच की चंगा है की माड़ा है, वो सानूं दस्सिया भी अच्छा की इहदे विच। तीन छंद खेल अच्छा की है? अच्छा अच्छा हुंदा चंगा भला। कहंदे कुबार के घर हांडी अच्छा। हांडी शह जो भांडे बनाउण वाली हुंदी है उसनूं कहंदे होणगे, क्योंकि प्रॉपर ये ज्ञान नहीं आपां देखिया नहीं कदे। कुमार जिहड़ा है भांडे पत्थदा है, फिर उसनूं चक दे उत्ते भांडे बनाउंदा सी, या चक नूं भी क्या हो सकदा है जिहड़ा घुमा के भांडे बनदे ने। वो हांडी कुमारां दे कोल, कहंदे उन्हां दे कोल हांडी जिहड़ी है वो अच्छी लगदी है, क्योंकि उसनूं वरतदे ने, उन्हां द्वारा भांडे बनाउंदे हन। होर जिन्नूं लोड़ नहीं उहदे घर वो भली नहीं है। राजा के घर सांडी गो। हुण सांडी भी आपां नूं इन्ना पता नहीं भी किस नूं कहा है। इत्थे भी कुछ खोलण दी कोशिश नहीं कीती। सांडी किस हांडी किस नूं कहा, सांडी किस नूं, कोशिश करते हैं आपां देखण दीजिए। दसन की कोशिश भी नहीं की। बामन के घर रांडी अच्छा। बामन है उसके घर रांडी, रांडी इत्थे दस्या है पतरी नूं।
कि जिहड़ा ब्राह्मण है पत्री उहदे घर भली है। रांडी सांडी हांडी गो भी इदां तिन्नां दे घरां दे विच इह तीन चीज़ां भलियां ने, ब्राह्मण दे, कुमार दे ते राजा दे। इदां ही उदाहरणां दित्तियां ने। गल जिथे नवेड़नी सी वो भगती ते नवेड़नी है, लेकिन इदां उदाहरणां दित्तियां ने। इदां कहंदे बाणीए के कर हींग अच्छा बाणीआ जिहड़ा वंज करन वाला है उहदे घर हींग, बेशक बहुत सारे सौदे होंदे ने, इत्थे हींग क्या हिंग नूं समझिया है। इहदे अर्थ हिंग कीते ने, जो हिंग आपां लैके आउंदे हां। पैसर माथा सिंह वो पैसा कह देंदे हाँ, उस भैंस दे मत्थे ते सिंह अच्छे लगदे ने। देवल मदा लिंगाश इदां ही कहंदे किसी मंदिर विच देवल स्थान दे उत्ते जो शिवलिंग बनाया हुंदा है वो अच्छा है। लींग सिंह ही गो इदां तिन्नां ते थां बाणीए ते भैंस दे मत्थे ते बाणी दे घर विच ते देवल दे मदे तिन्ने अच्छे ने, लींग सिंह ते हीग। तेली कह कर तेल अच्छा, तेली है, तेली वो सी जिहड़े कोलू चलाउंदे सी, तेल कढदे सी, कहानियां बनाउंदे सी, तेल कढदे सी, क्योंकि उन्हां दे घर तेल ही होएगा तेली दे, ते सुभाविक है, इस करके उन्हां दे घर तेल अच्छा है, भला है। जंगल मदे बेल गो जंगल दे विच बेल हुंदी है, कहंदे वो बेल अच्छी है, जंगल दे विच बेल होनी चाहिदी है क्योंकि जंगल है। बेला भी कह देंदे आपां। माली के कर केल अच्छा, माली है, माली दे घर कहंदे केल, केला अर्थ कीते ने भी उहदे घर केला अच्छा है। बेशक होर भी फ्रूट हो सकते, माली दे घर फुलवाड़ी भी हो सकती है। जंग अच्छा केल बेल तेलगो इदां ही कहंदे तिन्नां दे घर तेली दे घर तेल, जंगल दे विच बेल ते माली दे घर केल, तिन्ने अच्छे ने, भले हन। इदां हुण तीन उदाहरणां दे के हुण जिथे बाबा नामदेव जी गल करनी चाहुंदे ने, असल दे विच सानूं समझाउणा चाहुंदे ने, कहंदे संतां मदा गोबिंद आशा। संतां दे हिरदे दे विच, संतां दे हिरदे च कौन अच्छा? गोबिंद वसदा वे, गुर दा ज्ञान, गुर। गोकल मदे श्याम गो इदां गोकल जिवें गोकल दे विच श्याम कृष्ण जी सी, इदां ही साडे भी हिरदे दे विच जाके फिर वो आत्मा, श्याम कौन है? आत्मा जो साडे प्रगट हो जावे गुर दे ज्ञान तो बाद, आत्मा दे नाल मिलाप हो जावे, फिर वो साडे घर आत्मा प्रगट हो जावे, वो अच्छी है। नाम मदे राम आश, नामे मदे राम आश, इदां कहंदे नामे दे हिरदे दे विच राम अच्छा है, भला है, क्योंकि हिरदे च प्रगट हो गया है, मेरे घर दे विच मेरा राम भला है। राम श्याम गोबिंद गो इदां तिन्ने इस स्थानां दे उत्ते भले हन। जो गोकुल दे विच जावांगे तां श्याम दी, कृष्ण जी दी, अज भी जावांगे उत्ते कृष्ण जी दी मूर्तियां होणगियां बणियां, क्योंकि कृष्ण जी उत्थे रहे, खेले, पले। इस करके सानू समझाया है कि इदां जिहड़े भगतां दे हिरदे दे विच गोबिंद राम यही भला है, होर इन्हां दे हिरदे दे विच कोई चीज़ होर बसे वो भली नहीं है। कहण तो भावे कौन कित्थे ठीक लगदा है, उत्थे ये भली है। भगतां दे हिरदे दे विच संसारी गल्लां जां भगत बैठ के वो नहीं, सिर्फ उस परमेश्वर ही उन्हां दे हिरदे विच वसिया भला है। इत्थे तक टोडी जिहड़ा राग सी ये समाप्त होया है। सो आओ हुण आपां कल नूं शुरू करांगे, बैराड़ी राग शुरू होएगा कल नूं। आओ हुण आपां अपने हिरदे दे विच गुर नूं, गोबिंद नूं, राम नूं किवें बसाउणा है, तां कि साडे हिरदे दे विच मतलब समझाउंदे ने कि भगत होई है
ਜਿਹਦੇ ਹਿਰਦੇ 'ਚ ਇੱਕ ਪਰਮੇਸ਼ਰ ਦਾ ਹੀ ਵਾਸਾ ਹੋਵੇ। ਭਗਤ ਭਗਤ ਸੁਣੀਏ ਤੇ ਟੋਏ, ਜਾ ਕੇ ਹਿਰਦਾ ਇੱਕ ਹੋਏ। ਇੱਕ ਪਰਮੇਸ਼ਰ ਹੀ ਵਸਦਾ ਹੋਵੇ, ਫਿਰ ਹੀ ਭਗਤ ਜਿਹੜੇ ਉਹਨੂੰ ਅਸੀਂ ਭਗਤ ਕਹਿ ਸਕਦੇ ਹਾਂ। ਜੇ ਹੋਰ ਵੀ ਵਿਸਾਏ ਹੋਣ ਫਿਰ ਉਹ ਭਗਤ ਨਹੀਂ ਹੈ। ਆਓ ਕਿਵੇਂ ਆਪਾਂ ਇਸ ਨੂੰ ਵਸਾਉਣਾ ਹੈ? ਪਹਿਲਾਂ ਗੁਰ ਹੈ। ਗੁਰ ਤੇ ਗਿਆਨ ਦੁਆਰਾ ਹੀ ਸਾਨੂੰ ਉਸ ਘਰ ਦਾ ਗਿਆਨ ਹੁੰਦਾ ਹੈ ਜਿੱਥੇ ਸਾਡੇ ਆਤਮਾ ਤੇ ਫਿਰ ਪਰਮਾਤਮਾ ਦਾ ਵਾਸਾ ਹੈ। ਆਪਣੀ ਜਿਹੜੀ ਦ੍ਰਿਸ਼ਟੀ ਹੈ, ਦੋ ਨੇਤਰ ਨੇ, ਇਹਨਾਂ ਨੇਤਰਾਂ ਦੇ ਵਿੱਚ ਜੋਤ ਹੈ। ਸੱਜੇ ਨੇਤਰ ਨੂੰ ਸੂਰਜ ਕਿਹਾ ਹੈ, ਖੱਬੇ ਨੂੰ ਚੰਦਰਮਾ ਕਿਹਾ ਹੈ। ਇਹ ਦੋਨੋਂ ਹੀ ਜੋਤ ਸਰੂਪ ਨੇ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਦਰ ਬ੍ਰਹਮ ਅਨੂਪ। ਇਸੇ ਜੋਤੀ 'ਚ ਬ੍ਰਹਮ ਹੈ। ਅਨੂਪ ਬੜਾ ਸੁੰਦਰ ਹੈ, ਪਰ ਇੱਕ ਪ੍ਰਗਟ ਕਿਵੇਂ ਹੋਏਗਾ? ਜਦੋਂ ਇਹ ਦੋਨੋਂ ਨੇਤਰ ਇੱਕ ਹੋ ਜਾਵਾਂਗੇ, ਜਦੋਂ ਸਸੀਅਰ ਦੇ ਘਰ ਸੂਰਜ ਸਮਾ ਜਾਵੇਗਾ। ਇਹ ਸੂਰਜ, ਇਹ ਦ੍ਰਿਸ਼ਟੀ ਸਾਡੀ ਇੱਧਰਲੀ ਇਸ ਦੇ ਵਿੱਚ ਸਮਾ ਜਾਵੇਗੀ, ਉਦੋਂ ਫਿਰ ਸਾਡੀ ਜੋਤ ਪ੍ਰਗਟ ਹੋ ਜਾਵੇਗੀ। ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਦਰ ਤਰਿਆ ਪ੍ਰਸਾਰ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਾ। ਤੇ ਹੋਏਗਾ ਕਿਵੇਂ? ਈੜਾ ਪਿੰਗਲਾ ਔਰ ਸੁਖਮਨਾ। ਈੜਾ ਪਿੰਗਲਾ ਕੀ ਹੈ? ਇਹ ਸੁਰ ਜਿਹੜੀ ਖੱਬੀ ਸੁਰ ਹੈ, ਇਸ ਨੂੰ ਈੜਾ ਕਿਹਾ ਹੈ। ਜਿਹੜੀ ਸੱਜੀ ਹੈ, ਇਸ ਨੂੰ ਪਿੰਗਲਾ ਕਿਹਾ ਹੈ। ਤੇ ਇੱਥੇ ਹੀ ਜਿਹੜੀ ਗੁਪਤ ਸਾਡੀ ਸੁਖਮਨਾ ਹੈ, ਤਿੰਨ ਇਕੱਠੀਆਂ ਹੀ ਵਸਦੀਆਂ ਨੇ, ਲੇਕਿਨ ਸੁਖਮਨਾ ਗੁਪਤ ਹੈ। ਇਹ ਦੋਨੋਂ ਪ੍ਰਗਟ ਨੇ, ਈੜਾ ਤੇ ਪਿੰਗਲਾ। ਇੱਥੇ ਪਾਉਣ ਜਿੱਥੋਂ ਆ ਰਹੀ ਸਾਨੂੰ, ਇੱਥੇ ਬੈਠ ਕੇ ਆਪਾਂ ਦੋਨਾਂ ਨੇਤਰਾਂ ਨੂੰ, ਜਿਹੜਾ ਸੂਰਜ ਤੇ ਚੰਦਰਮਾ ਨੂੰ ਸਮ ਕਰ ਲਵਾਂਗੇ, ਤੇ ਫਿਰ ਸਾਡੀ ਜੋਤ ਬ੍ਰਹਮ ਦੀ ਜੋਤ 'ਚ ਮਿਲ ਜਾਏਗੀ। ਈੜਾ ਪਿੰਗਲਾ ਔਰ ਸੁਖਮਨਾ, ਪੌਣੇ ਬੰਦ ਰਹਾਓ ਗੋ, ਚੰਦ ਸੂਰਜ ਦੋਏ ਸਮ ਕਰ ਰੱਖੋ, ਬ੍ਰਹਮ ਜੋਤ ਮਿਲ ਜਾਓ ਗੋ। ਜਾਂ ਬੇਣੀ ਜੀ ਕਹਿ ਰਹੇ ਨੇ, ਈੜਾ ਪਿੰਗਲਾ ਔਰ ਸੁਖਮਨਾ, तीन बने बसै एक ठाई, बेनी संगम ते पराग, मन मज्जन करे ते थाई। ਇੱਥੇ ਜਿੱਥੇ ਈੜਾ ਪਿੰਗਲਾ ਸੁਖਮਨਾ ਇੱਕ ਥਾਂ ਵਸਦੀਆਂ ਨੇ, ਇੱਥੇ ਹੀ ਪਰਾਗ ਬਣਦਾ ਹੈ, ਜਿੱਥੇ ਮਨ ਸਾਡਾ ਇਸ਼ਨਾਨ ਕਰਦਾ ਹੈ। ਇੱਥੇ ਹੀ ਪਰਮੇਸ਼ਰ ਨਾਮ ਨਿਰੰਜਨ ਰੂਪੀ ਰਾਮ ਦਾ ਵਾਸ ਹੈ। ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰਗਮ ਚੀਨੈ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ। ਇਹਨਾਂ ਨੇੜੇ ਵਸਦਾ ਹੈ। ਸੋ ਆਪਾਂ ਕਿਵੇਂ ਕਰਨਾ ਹੈ, ਇਸ ਨੂੰ ਸਮਝਣਾ ਹੈ। ਆਪਣੀ ਦ੍ਰਿਸ਼ਟੀ ਹੈ, ਦੋਨਾਂ ਨੇਤਰਾਂ ਨੂੰ ਜਿੱਥੋਂ ਪਾਉਣ ਸਾਡੇ ਅੰਦਰ ਜਾਂਦੀ, ਬਾਹਰ ਆਉਂਦੀ, ਇਸ ਪੁਆਇੰਟ ਤੇ ਆਪਾਂ ਦੋਨਾਂ ਨੇਤਰਾਂ ਨੂੰ ਸਮ ਕਰਨਾ ਹੈ। ਇੱਥੇ ਦ੍ਰਿਸ਼ਟੀ ਫੋਕਸ ਕਰਨੀ, ਇੱਥੇ ਦੇਖਣਾ ਹੈ, ਟਿਕਾਉਣਾ ਹੈ ਧਿਆਨ ਨੂੰ। ਇੱਥੇ ਧਿਆਨ ਟਿਕਾ ਕੇ ਆਪਾਂ ਇਹ ਦੇਖਣਾ ਹੁੰਦਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਕਿਉਂਕਿ ਬਹੁਤ ਸਾਰੇ ਐਸੇ ਜੀਵ ਨੇ ਜਿਹੜੇ ਇੱਕ ਦ੍ਰਿਸ਼ਟ ਹੁੰਦੇ ਨੇ, ਪਰ ਗਿਆਨ ਨਹੀਂ ਹੁੰਦਾ। ਜਦੋਂ ਸੰਗਤ 'ਚ ਆਉਂਦੇ ਨੇ, ਜਦੋਂ ਦੇਖਦੇ ਹਾਂ ਉਹਨਾਂ ਨੂੰ ਧਿਆਨ ਲਗਾ ਕੇ, ਤੇ ਉਹ ਕਹਿੰਦੇ ਅਸੀਂ ਇੱਕ ਦ੍ਰਿਸ਼ਟ ਹਾਂ, ਪਰ ਉਹਨਾਂ ਨੂੰ ਗਿਆਨ ਹੁੰਦਾ ਨਹੀਂ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ, ਕਿਉਂਕਿ ਇਹ ਸਮਝਾਇਆ ਨਹੀਂ ਹੈ ਸਾਨੂੰ। ਪਰ ਆਪਾਂ ਜਦੋਂ ਹੁਣ ਲਾ ਕੇ ਦੇਖਾਂਗੇ, ਜੇ ਨੱਕ ਨਹੀਂ ਦਿਸਦਾ ਇੱਥੇ ਦੇਖਣ ਨਾਲ, ਅਸੀਂ ਇੱਕ ਦ੍ਰਿਸ਼ਟ ਹਾਂ। ਜੇ ਨੱਕ ਦਿਸਦਾ, ਦੋ ਦ੍ਰਿਸ਼ਟੀ 'ਚ ਹਾਂ। ਜੇ ਦੋ ਦ੍ਰਿਸ਼ਟੀ 'ਚ ਹਾਂ, ਫਿਰ ਆਪਾਂ ਇਹ ਦੇਖ ਸਕਦੇ ਹਾਂ ਕਿ ਸਾਡਾ ਧਿਆਨ ਕਿਸ ਪਾਸੇ ਜ਼ਿਆਦਾ ਹੈ। ਜੇ ਧਿਆਨ ਸੱਜੇ ਜ਼ਿਆਦਾ ਹੋਏਗਾ, ਸਾਨੂੰ ਆਪਣਾ ਨੱਕ ਸੱਜੇ ਪਾਸਿਓਂ ਦਿਸੇਗਾ। ਜਾਂ ਕਹਿ ਲਈ ਵੀ ਜੇ ਨੱਕ ਸੱਜੇ ਪਾਸਿਓਂ ਦਿਸਦਾ ਤਾਂ ਸਾਡਾ ਧਿਆਨ ਸੱਜੇ ਪਾਸੇ ਹੈ। ਇਹ ਸੂਰਜ ਹੈ। ਜੇ ਸਾਡਾ ਧਿਆਨ, ਸਾਨੂੰ ਨੱਕ ਖੱਬੇ ਪਾਸਿਓਂ ਦਿਸਦਾ, ਫਿਰ ਸਾਡਾ ਧਿਆਨ ਜ਼ਿਆਦਾ ਖੱਬੇ ਪਾਸੇ, ਇਹ ਚੰਦਰਮਾ ਵਾਲੇ ਪਾਸੇ, ਇਹ ਸੂਰਜ ਵਾਲਾ ਪਾਸਾ ਹੈ। ਤੇ ਜੇ ਸਾਡਾ ਧਿਆਨ ਵਿਚਾਲੇ ਹੋਏਗਾ, ਨਾ ਜ਼ਿਆਦਾ ਸੱਜੇ ਹੋਏਗਾ ਨਾ ਖੱਬੇ ਹੋਏਗਾ, ਫਿਰ ਸਾਨੂੰ ਆਪਣਾ ਨੱਕ ਦੋਨੋਂ ਪਾਸਿਓਂ ਦਿਸਦਾ ਹੈ। ਇਹ ਤੇ ਸਤੋ ਗੁਣ ਹੈ, ਇਧਰ ਤਮੋ ਗੁਣ ਹੈ, ਰਜੋ ਗੁਣ ਸਤੋ ਗੁਣ ਹੈ। ਤੇ ਜੇ ਨੱਕ ਨਜ਼ਰ ਨਹੀਂ ਆਉਂਦਾ ਤਾਂ ਇੱਕ ਦ੍ਰਿਸ਼ਟ ਹਾਂ। ਤੇ ਫਿਰ ਜਦੋਂ ਆਪਾਂ ਗੁਰ ਦਾ ਅਭਿਆਸ ਕਰਾਂਗੇ, ਗੁਰ ਦਾ ਗਿਆਨ ਲੈ ਕੇ, ਇਹ ਨੱਕ ਸਾਨੂੰ ਇਸ ਪਾਸੇ ਪ੍ਰਕਾਸ਼ ਹੋ ਜਾਏਗਾ, ਟਰਾਂਸਪੇਰੈਂਟ ਹੋ ਜਾਏਗਾ। ਉਹ ਸਾਡੀ ਸੁਖਮਨਾ ਹੈ, ਉਹ ਸਾਡੀ ਜੋਤ ਹੈ, ਜਿਸ ਜੋਤ ਨੂੰ ਪਹਿਚਾਣ ਕੇ ਆਪਾਂ ਇੱਥੇ ਸਾਰੇ ਪਹਿਚਾਣ ਸਕਦੇ ਹਾਂ। ਸੋ ਇਸ ਵਾਸਤੇ ਆਪਾਂ ਕੀ ਕਰਨਾ ਹੈ ਉਹ ਦੇਖ ਲਓ, ਫਿਰ ਉਵੇਂ ਕਰਾਂਗੇ। ਹੋ ਸਕਦਾ ਕੋਈ ਨਵਾਂ ਜੀਵ ਹੋਵੇ।
उसने समझना है। पहला इस पॉइंट ते ध्यान ला के आपां इधर देखांगे कि नक दिसदा जां नहीं दिसदा। जे दिसदा तां किस पासों दिसदा, सज्जे खब्बे जां दोनों पासों, इन्ना देखांगे। इत्थों फिर मैं आप जी नूं आवाज़ देवांगा कि ध्यान सामने लै आओ। इत्थों आपां की करांगे, सामने देखांगे। इत्थों फिर मैं आप जी नूं आवाज़ देवांगा कि ध्यान मस्तक दे सामने लै जाओ। इत्थों आपां की करांगे, पलकां उत्ते चुक दांगे। फिर जदों कवांगा सामने, फिर वापस सामने देखांगे। फिर जदों कवांगा नक ते सम करो, फिर नक ते सम कर लवांगे। फिर देखांगे जे दो दृष्टि च सीवन, फिर आके वापस देखांगे नक दिसनों हट गया तो असी एक दृष्ट हो गए, जां इस पासे सानू हल्की जी परछाई अनुभव हो सकती खब्बे पासे। सो इस तरीके दे नाल फिर आपां एक दृष्ट होके ध्याना शुरू करांगे। पहला नीचे दा अभ्यास करना हुंदा है, उहदे नाल ही साडा नक ट्रांसपेरेंट हो जाएगा, इस पासे सानू सुखना प्रगट हो जाएगी। सो आओ सारे ही करके देखिए और अपनी दृष्टि नूं नक ते सम करिए। अपने आप नूं जानने की कोशिश करिए कि साडा ध्यान किवें है। असीं एक दृष्ट हाँ कि दो दृष्ट हाँ। साडा ध्यान ज़्यादा सज्जे है जां खब्बे है जां विचाले है, सेंटर विच है। सामने लेके आइए ध्यान, सामने देखिए। मस्तक दे सामने लै जो ध्यान, पलकां उत्ते चुको। फिर सामने लेके आइए ध्यान, सामने देखिए। फिर नक ते सम करके देखिए, नक ते ध्यान लगा के अपने आप नूं देखिए। हुण ये देखना जेकर कोई नवा जीव है तो उसने जी किसी नक दिसदा सी पहला, उसने हुण देखना है कि एक दृष्ट हो गया, क्योंकि जदों एक दृष्ट हो गया नक नहीं नजर आएगा। इस पासे हल्का जिहा सानू परछाई जी नजर आ सकती, सिर्फ खब्बे पासे एक ब्लर जिहा सानू अनुभव होएगा पहला पहला। फिर इसे ने ट्रांसपेरेंट सानू दिसना शुरू हो जाना है। नीचे लै जाइए ध्यान। नीचे जो कपड़ा वगैरह विछया थले उस तो थोड़ा उपर आपां देखांगे, कोशिश करांगे देखण दी। इत्थे सानू एक प्रकाश अनुभव होना शुरू होएगा, जिवें पानी दियां लहरां हुंदियां ने सरोवर च, इदां ही कपड़े दे उत्ते सानू एक बहुत ही निर्मल प्रकाश अनुभव होना शुरू हो जाता है। इदां लगता है जिवें पानी दियां लहरां चलदियां ने, तरंगां चलदियां ने। अनुभव भी है। आपां उसनूं उस च ध्यान लगाना है, उसनूं देखी जाना है।
फिर सम करके दृष्टि अपने आप ਨੂੰ देखिए। फिर नीचे ले जाइए ध्यान। फिर दृष्टि सम करके अपने आप ਨੂੰ देखिए। फिर नीचे ले जाइए ध्यान।
फिर दृष्टि सम करके अपने आप को देखिए। फिर नीचे ले जाइए ध्यान। फिर दृष्टि सम करके अपने आप को देखिए, नेत्र सम करके अपने आप को देखिए। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल अभ्यास करन दे नाल साडे हिरदे दे विच गुर बस जाएगा ते गुर दे ज्ञान द्वारा मन निर्मल हो जाएगा ते मन आत्मा दे विच समा जाएगा, आत्मा रूप हो जाएगा ते फिर आत्मा तो परमात्मा रूप हो जाएगा। यह अभ्यास है। इस तरीके नाल करन दे नाल साडा आपा खत्म हो जाएगा। खत्म होना कि आपा के साडा इस तो ऊपर जिहड़ा मुख है प्रकाश हो जाएगा। असीं अपने प्रकाश रूप नूं देख सकांगे जो जोत स्वरूप है, जिसनूं महाराज समझाउंदे ने, मन तू जोत स्वरूप है अपना मूल पछाण। अपने आप नूं पहचान लिया, आपां उसे दा रूप हो जाते हैं। सो आओ इन्नी विचार करते हाँ। बहुत सारिया भुलां हो जांदियां हन।
आप संगत सतगुरु जी बख्शण जोग हो बख्श लेना जी। वाहिगुरु जी का खालसा वाहिगुरु जी की फतेह।